ਇਹਨਾਂ ਨੇ ਮੇਰਾ ਅਧਿਕਾਰ ਦੇ ਉੱਤੇ ਡਾਕਾ ਮਾਰਿਆ। ਇੱਕ ਲੋਕਾਂ ਨੂੰ ਸੁਣਿਆ ਦਿੱਤਾ ਜਾ ਰਿਹਾ ਕਿ ਤੁਸੀਂ ਕੇਂਦਰ ਦੇ ਖਿਲਾਫ ਨਹੀਂ ਬੋਲਣਾ, ਤੁਸੀਂ ਅੰਦੋਲਨਾਂ ਵਿੱਚ ਹਿੱਸਾ ਨਹੀਂ ਲੈਣਾ। ਇੱਥੇ ਹੁਣ ਫਰੀडम ਥੋੜਾ ਹਿੱਸਾ ਰਹਿ ਗਈ ਹੈ। ਜੇ 4 ਹਿੱਸਿਆਂ ਵਿੱਚ ਵੰਡੀਏ ਤਾਂ 3 ਹਿੱਸੇ ਸਾਡੀ ਫਰੀडम ਲੈ ਚੁੱਕੇ ਨੇ ਉਹ। देश प्रदेश टीवी देख रहे सारे दर्शकों का रेड FM सुनने वाले सारे ਸਰੋਤਿਆਂ ਦਾ स्वागत। मैं अनुजा शर्मा ਤੇ ਅਸੀਂ देख रहे हैं कि कल सुखपाल खैरा जी ਦੇ ਘਰ ईडी ਦੀ ਰੇਡ ਪਈ ਹੈ। 10 ਘੰਟੇ ਲੰਬੀ ਚੱਲੀ ਇਹ ਰੇਡ। ਉਸ ਤੋਂ ਬਾਅਦ ਘਰਦਿਆਂ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ। ਜੇ ਇਸ ਚੀਜ਼ ਬਾਰੇ ਗੱਲ ਕੀਤੀ ਜਾਵੇ, ਉੱਥੇ ਹੀ ਸੁਖਪਾਲ ਖੈਰਾ ਜੀ ਵਿਧਾਨ ਸਭਾ ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਉਹਦੇ ਵਿੱਚ ਵੀ MLA ਨੇ, ਉਹਨਾਂ ਨੂੰ ਉੱਥੇ ਜਾਣ ਤੋਂ ਵੀ ਰੋਕਿਆ ਜਾਂਦਾ ਆ। ਸਾਡੇ ਨਾਲ ਇਸ ਵਕਤ ਮੌਜੂਦ ਨੇ ਖੈਰਾ ਸਾਹਿਬ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਵੀ ਜਾਣਾ ਸੀਗਾ, ਸਾਰਾ ਤੁਸੀਂ ਉੱਥੇ ਵੀ ਜਾਣਾ ਸੀਗਾ, ਉੱਥੇ ਜਾਣ ਤੋਂ ਤੁਹਾਨੂੰ ਰੋਕਿਆ ਜਾਂਦਾ ਹੈ, ਇਹ ਕਿੰਨਾ ਐਥੀਕਲ ਹੈਗਾ ਆ? ਨਹੀਂ, 100% ਇਲੀਗਲ ਹੈ ਜੀ। ਘੱਟੋ ਘੱਟ ਵਿਧਾਨ ਸਭਾ ਦਾ ਜਦੋਂ ਸੈਸ਼ਨ ਔਨ ਹੋਵੇ, ਇਹਨਾਂ ਦਾ ਇਹ ਫਰਜ਼ ਬਣਦਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਕਿ ਇਹ ਸਾਡੇ ਸਪੀਕਰ ਵਿਧਾਨ ਸਭਾ ਨੂੰ ਇਨਫੋਰਮ ਕਰਦੇ। ਪਰਮਿਸ਼ਨ ਨਾ ਲੈਂਦੇ ਕੋਈ ਗੱਲ ਨਹੀਂ ਸੀਗੀ ਕਿ ਅਸੀਂ ਇਹਦੇ ਪ੍ਰੈਮਿਸਿਸ ਉੱਤੇ ਰੇਡ ਕਰਨ ਲੱਗੇ ਹਾਂ, ਔਰ ਮੈਨੂੰ ਆਪਣੇ EMPLOYEES ਦੇ ਨਾਲ ਭੇਜ ਸਕਦੇ ਸੀ ਕਿ ਵਿਧਾਨ ਸਭਾ ਸੈਸ਼ਨ ਅਟੈਂਡ ਕਰ ਸਕਦੇ। ਇਹਨਾਂ ਨੇ ਮੇਰਾ ਅਧਿਕਾਰ ਦੇ ਉੱਤੇ ਡਾਕਾ ਮਾਰਿਆ। ਔਰ ਜੋ ਕੁਛ ਇਹਨਾਂ ਨੇ ਰੇਡ ਦੇ ਨਾਮ ਤੇ ਕੱਲ ਇੱਕ ਵਿਲੀਫਿਕੇਸ਼ਨ ਕੈਂਪੇਨ ਹੁੰਦਾ, ਕਿਸੇ ਦੀ ਕੈਰੈਕਟਰ ਅਸੈਸੀਨੇਸ਼ਨ ਕਰਨੀ ਹੋਵੇ ਤੇ ਪਹਿਲਾਂ ਦਿੱਲੀੋਂ ਚੱਲਣ ਤੋਂ ਪਹਿਲਾਂ ANI ਤੋਂ ਟਵੀਟ ਕਰਾਤਾ ਕਿ ਫੇਕ ਪਾਸਪੋਰਟਸ ਨੇ, ਮਨੀ ਲਾਂਡਰਿੰਗ ਹੈ, ਡਰੱਗਸ ਦਾ ਰੈਕਟ ਹੈਗਾ। ਅੱਜ ਪ੍ਰਿੰਟ ਮੀਡੀਆ ਨੇ ਇਹ ਖਬਰਾਂ ਹੈਡਲਾਈਨਸ ਲਾਈਆਂ ਨੇ ਕਿ ਖੈਰਾਜ਼ ਹਾਊਸ ਰੇਡਡ ਫॉर ਫੇਕ ਪਾਸਪੋਰਟਸ, ਡਰੱਗਸ ਐਂਡ ਮਨੀ ਲਾਂਡਰਿੰਗ। ਜਦ ਕਿ ਅਸਲ ਵਿੱਚ ਮੈਨੂੰ ਕੋ ਏਜੰਸੀ ਦੇ ਬੰਦਿਆਂ ਨੇ, ਅਫਸਰਾਂ ਨੇ ਨਾ ਡਰੱਗਸ ਦੀ ਕੋਈ ਗੱਲ ਕੀਤੀ, ਨਾ ਕੋਈ ਮਲਟੀਪਲ ਫੇਕ ਪਾਸਪੋਰਟਸ ਦੀ ਗੱਲ ਕੀਤੀ। ਮਨੀ ਲਾਂਡਰਿੰਗ ਦੀ ਜਦੋਂ ਗੱਲ ਕਰਦੇ ਸੀ, ਮਨੀ ਲਾਂਡਰਿੰਗ ਜਿਹੜੀਆਂ ਮੇਰੀ ਫੈਮਿਲੀ ਟ੍ਰਾਂਜੈਕਸ਼ਨ ਇਜ਼ ਨਾਟ ਮਨੀ ਲਾਂਡਰਿੰਗ। ਮੇਰੀ ਵਾਈਫ ਨੇ ਕੁਝ ਡਾਇਰੀਜ਼ ਮੇਨਟੇਨ ਕੀਤੀਆਂ ਜਿਹਦੇ ਵਿੱਚ ਮੇਰੇ ਬੱਚਿਆਂ ਦੀ ਸ਼ਾਦੀ ਦੇ ਅਕਾਊਂਟਸ ਆ। ਦੈਟ ਇਜ਼ ਨਾਟ ਮਨੀ ਲਾਂਡਰਿੰਗ। ਮਨੀ ਲਾਂਡਰਿੰਗ ਇਜ਼ ਕਿ ਜਦੋਂ ਤੁਸੀਂ ਕਰਪਟ ਬੰਦੇ ਨੇ ਵਿਦੇਸ਼ਾਂ ਵਿੱਚ ਦੀ ਆਫਸ਼ੋਰ ਅਕਾਊਂਟਸ ਬਣਾ ਕੇ ਪੈਸਾ ਘੁਮਾ ਕੇ ਕਾਲੇ ਨੂੰ ਚਿੱਟਾ ਕਰਦੇ ਨੇ, ਦੈਟ ਇਜ਼ ਕਾਲਡ ਮਨੀ ਲਾਂਡਰਿੰਗ। ਔਰ ਅਗਰ ਮਨੀ ਲਾਂਡਰਿੰਗ ਸੀ ਤਾਂ ਫਿਰ ਮੇਰੇ ਘਰੋਂ ਕੋਈ ਘੱਟੋ ਘੱਟ 2-4-5 ਕਰੋੜ ਰੁਪਇਆ ਕੈਸ਼ ਮਿਲਣਾ ਚਾਹੀਦਾ ਸੀ, ਕੁਝ ਗੋਲਡ ਮਿਲਣਾ ਚਾਹੀਦਾ ਸੀ, ਡਰੱਗਸ ਮਿਲਣੇ ਚਾਹੀਦੇ ਸੀ। ਦੇਰ ਇਜ਼ ਨੋ ਰਿਕਵਰੀ ਐਟ ਆਲ, ਓਨਲੀ ਡਾਕੂਮੈਂਟਸ ਹੈਵ ਬੀਨ ਟੇਕਨ। ਔਰ ਡਾਕੂਮੈਂਟਸ ਵੀ ਬੜੇ ਫਨੀ, ਜਿਹਦੇ 'ਚ ਇੱਕ ਜਗ੍ਹਾ ਤੇ ਮੇਰੀ ਬੇਟੀ ਨੇ ਕੈਂਸਰ ਪੇਸ਼ੈਂਟਸ ਦੀ ਮਦਦ ਕੀਤੀ। ਮੇਰੇ WhatsApp ਤੇ ਉਹਨੂੰ ਮੈਂ ਡਿਟੇਲਸ ਭੇਜੀਆਂ ਕਿ ਆਹ ਕੈਂਸਰ ਪੇਸ਼ੈਂਟ ਆ, ਇਹਦੀ ਬੈਂਕ ਡਿਟੇਲ ਹੈ, 4 ਵਿਅਕਤੀ ਨੇ, ਇਹਨਾਂ ਨੂੰ 15-15, 20-20, 25-25 ਹਜ਼ਾਰ ਖਰਚਾ ਪਾ ਦਿਓ। ਉਹ ਵੀ ਹੁਣ ਮਨੀ ਲਾਂਡਰਿੰਗ ਹੋ ਗਈ ਹੈ। ਇੱਕ ਡਾਕੂਮੈਂਟ ਜਗੀਰ ਕੌਰ ਦੇ ਖਿਲਾਫ ਲੋਕਪਾਲ ਦੇ ਵਿੱਚ ਸਾਡੀ ਕੰਪਲੇਂਟ ਚੱਲਦੀ, ਉਹ ਸਾਡੇ ਕੋਲ ਪੁਲੰਦਾ ਪਿਆ ਸੀ ਉਸ ਕੰਪਲੇਂਟ ਦੀ ਕਾਪੀ, ਉਹ 'ਚੋਂ ਕੁਝ ਕਾਗਜ਼ ਕੱਢ ਕੇ ਉਹ ਵੀ ਮਨੀ ਲਾਂਡਰਿੰਗ। ਮੈਂ ਕਿਹਾ ਜੀ ਇਹ ਤਾਂ ਕੰਪਲੇਂਟ ਮੈਂ ਕੀਤੀ ਹੋਈ ਆ ਅਗੇਂਸਟ ਬੀਬੀ ਜਗੀਰ ਕੌਰ, ਉਹਨੇ 22 ਏਕੜ ਜ਼ਮੀਨ ਨਗਰ ਪੰਚਾਇਤ ਬੇਗੋਵਾਲ ਦੀ ਨਜਾਇਜ਼ ਕਬਜ਼ਾ ਕੀਤਾ ਹੋਇਆ, ਹੁਣ ਉਹ ਵੀ ਮਨੀ ਲਾਂਡਰਿੰਗ ਦਾ ਰਿਕਾਰਡ ਬਣਾ ਲਿਆ। ਖੈਰਾ ਸਾਹਿਬ, ਇੰਨੀ ਵੱਡੀ ਰੇਡ ਚੱਲੀ, 10 ਘੰਟੇ ਦੀ ਰੇਡ ਚੱਲਦੀ ਰਹੀ, ਉਸ ਤੋਂ ਬਾਅਦ ਤੁਹਾਡੇ ਤੋਂ ਪੁੱਛਗਿੱਛ ਕੀਤੀ ਗਈ, ਕੀ ਪੁੱਛਿਆ ਉਹਨਾਂ ਨੇ ਤੁਹਾਡੇ ਤੋਂ ਜਾਂ ਪਰਿਵਾਰ ਵਾਲਿਆਂ ਤੋਂ, ਕੀ ਪੁੱਛਿਆ? ਆਹੀ ਪੁੱਛੀ ਜਾਂਦੇ ਸੀਗੇ ਕਿ ਤੁਹਾਡੀ ਆਪਣੀ ਬੇਟੀ ਦੇ ਨਾਲ ਟ੍ਰਾਂਜੈਕਸ਼ਨ ਕੀ ਆ, ਤੁਹਾਡੀ ਆਪਣੇ ਸਨ ਇਨ ਲਾਅ ਦੇ ਨਾਲ ਟ੍ਰਾਂਜੈਕਸ਼ਨ ਕੀ ਆ, ਤੁਹਾਡੇ ਆਪਣੇ ਬੇਟੇ ਦੇ ਨਾਲ ਟ੍ਰਾਂਜੈਕਸ਼ਨ ਕੀ ਆ। ਨਥਿੰਗ ਬਿਯੋਂਡ ਦਿਸ, ਜੋ ਘਰੇਲੂ ਖਰਚੇ ਨੇ। ਔਰ ਮੈਂ ਦੱਸਣਾ ਚਾਹੁੰਦਾ ਕਿ ਜੇ ਮੈਂ ਮਨੀ ਲਾਂਡਰਰ ਹੁੰਦਾ ਤਾਂ ਫਿਰ ਮੇਰੇ ਕੋਲ ਤਾਂ ਬਹੁਤ ਵੱਡੇ ਪੱਧਰ 'ਤੇ ਕੈਸ਼ ਰਾਸ਼ੀ ਹੋਣੀ ਚਾਹੀਦੀ ਸੀ। ਜਦ ਕਿ ਉਲਟਾ ਪਿਛਲੇ ਕੁਝ ਸਾਲਾਂ ਤੋਂ ਜਦੋਂ ਦੀ ਮੈਂ ਖਾਸ ਤੌਰ 'ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਐਜ਼ ਏ ਪੇਰੈਂਟ, ਮੇਰੇ 'ਤੇ ਤਾਂ 2-2.5 ਕਰੋੜ ਦਾ ਕਰਜ਼ਾ ਵਾ। ਮੈਂ ਐਗਰੀਕਲਚਰ ਆਪਣੀ ਜ਼ਮੀਨ ਪਲੇਜ ਕਰਕੇ ਲਿਮਿਟਸ ਚੱਕੀਆਂ ਹੋਈਆਂ ਨੇ, ਤੇ ਜੇ ਮੇਰੇ ਕੋਲ ਪੈਸਾ ਹੁੰਦਾ ਤਾਂ ਮੈਂ ਕਦ ਲਈ ਲਿਮਿਟਸ ਚੱਕਦਾ, ਪਹਿਲਾਂ ਆਪਣੀ ਲਿਮਿਟਸ ਖਤਮ ਕਰਦਾ, ਜਿਹੜਾ ਮੈਂ 20-25 ਲੱਖ ਰੁਪਇਆ ਇੰਟਰਸਟ ਭਰਦਾ ਬੈਂਕਾਂ ਨੂੰ, ਫਿਰ ਉਹਨੂੰ ਖਤਮ ਕਰਦਾ। ਇਟਸ ਅ ਫਨੀ ਸਿਚੁਏਸ਼ਨ। ਮੈਂ ਸਮਝਦਾ ਕਿ ਇਹ ਰੇਡ ਅਸਲੀ ਮੈਸੇਜ ਕਨਵੇ ਕੀਤਾ ਜਾ ਰਿਹਾ ਕਿ ਇਸ ਦੇਸ਼ ਵਿੱਚ ਜਿਹੜਾ ਵੀ ਸਾਡੇ ਖਿਲਾਫ ਬੋਲੇਗਾ BJP ਦੇ, ਚਾਹੇ ਉਹ ਕੋਈ ਐਕਟਿਵਿਸਟ ਆ, ਚਾਹੇ ਉਹ ਕੋਈ ਲੀਡਰ ਆ, ਤੇ ਚਾਹੇ ਉਹ ਕੋਈ ਜਰਨਲਿਸਟ ਆ, ਅਸੀਂ ਉਹਨਾਂ ਨੂੰ ਇੱਦਾਂ ਹੀ ਠੋਕਾਂਗੇ। ਇਹ ਠੋਕਣ ਦੀ ਰਾਜਨੀਤੀ ਹੈ ਜੀ। ਤੇ ਉੱਥੇ ਹੀ ਗੱਲ ਬਹੁਤ ਜ਼ਿਆਦਾ ਕੀਤੀ ਜਾ ਰਹੀ ਸੀਗੀ ਕਿ ਤੁਹਾਡੇ ਕੋਲ ਫੇਕ ਪਾਸਪੋਰਟਸ ਨੇ ਜਾਂ ਡਰੱਗਸ ਦੇ ਉੱਤੇ ਵੀ ਬਹੁਤ ਫਸਾਇਆ ਜਾ ਰਿਹਾ ਸੀ, ਉਹਦੇ ਬਾਰੇ ਕੀ ਜਾਣਕਾਰੀ ਲੈ ਕੇ ਗਏ ਤੁਹਾਡੇ ਤੋਂ? ਜੇ ਮੇਰੇ ਕੋਲ ਫੇਕ ਪਾਸਪੋਰਟ ਹੁੰਦੇ ਤਾਂ ਹੀ ਉਹਨਾਂ ਨੂੰ ਲੱਭਦਾ ਨਾ। ਮੇਰਾ ਪਿੰਡ ਵੀ ਛਾਪਾ ਮਾਰ ਲਿਆ, ਮੇਰੇ ਘਰ ਵੀ ਛਾਪਾ ਮਾਰ ਲਿਆ। ਦੇਰ ਇਜ਼ ਨਥਿੰਗ ਆਫ ਦਿਸ। ਆਈ ਹੈਵ ਨੈਵਰ ਇੰਡਲਜਡ ਇਨ ਐਨੀਥਿੰਗ ਇਲੀਗਲ ਲਾਈਕ ਦਿਸ। ਅਗਰ ਮੈਂ ਕਰਦਾ ਹੁੰਦਾ ਤਾਂ ਫਿਰ ਮੈਂ ਅੱਜ ਇੱਥੇ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ ਜੀ। ਫਿਰ ਲੋਕਾਂ ਨੇ ਮੈਨੂੰ, ਕਿਉਂਕਿ ਮੈਂ ਹਰ ਸਰਕਾਰ ਦੇ ਖਿਲਾਫ ਬੋਲਿਆ ਵਾਂ, ਮੈਂ ਅਕਾਲੀ ਦਲ ਦੀ ਸਰਕਾਰ, ਮੇਰੇ 6 ਪਰਚੇ ਦਰਜ ਕੀਤੇ। ਜੇ ਮੈਂ ਗੁਨਾਹਗਾਰ ਹੁੰਦਾ ਤਾਂ ਮੈਂ ਹੁਣ ਉਹਦੇ ਵਿੱਚ ਮੈਨੂੰ ਸਜ਼ਾ ਹੋ ਜਾਣੀ ਸੀ, ਜਦ ਕਿ ਉਹ ਸਾਰੇ ਹਾਈ ਕੋਰਟ ਨੇ ਕੁਆਸ਼ ਕੀਤੇ। ਲਾਈਕਵਾਈਜ਼ ਪਿਛਲੀ ਸਰਕਾਰ ਨੇ ਪਰਚਾ ਦਰਜ ਕੀਤਾ, ਉਹ ਸੁਪਰੀਮ ਕੋਰਟ ਨੇ ਸਟੇ ਕਰਤਾ। ਔਰ ਡਰੱਗਸ ਦੀ ਮੇਰੇ ਨਾਲ ਕੀ ਗੱਲ ਕਰ ਸਕਦੀ ED? ਡਰੱਗਸ ਦਾ ਜਿਹੜਾ ਸੋ ਕਾਲਡ ਕੇਸ ਮੇਰੇ ਖਿਲਾਫ ਕਨਕੌਕਟਡ ਕੇਸ ਆ, ਉਹ ਤਾਂ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ। ED ਇਜ਼ ਨਾਟ ਅਬਵ ਦ ਸੁਪਰੀਮ ਕੋਰਟ ਆਫ ਇੰਡੀਆ। ਸੋ ਦੇਅਰਫੋਰ ਆਈ ਕਾਲ ਇਟ ਏ ਫ੍ਰਿਵਲਸ ਰੇਡ। ਐਂਡ ਸੈਕੰਡਲੀ, ਅੱਜ ਮੈਂ ਵਿਧਾਨ ਸਭਾ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਇਸ ਨੂੰ ਕੰਡੈਮ ਕੀਤਾ ਵਾ, ਔਰ ਉਹਨਾਂ ਨੇ ਕਿਹਾ ਕਿ ਸਾਡੇ ਇੱਕ ਚੁਣੇ ਹੋਏ ਨੁਮਾਇੰਦੇ ਦੇ ਅਧਿਕਾਰਾਂ ਦੇ ਉੱਤੇ ਡਾਕਾ ਵਾ। ਤੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਜੇ BJP ਇਹੀ ਕਨਵੇ ਕਰਨਾ ਚਾਹੁੰਦੀ ਨਾ ਕਿ ਜੇ ਅਸੀਂ ਇੱਕ ਫਾਰਮਰ ਲੀਡਰ ਆਫ ਆਪੋਜੀਸ਼ਨ ਨੂੰ ਇੱਦਾਂ
ਹਰਾਸ ਕਰ ਸਕਦੇ ਹਾਂ ਤੇ ਅਸੀਂ ਤੁਹਾਡਾ ਹਸ਼ਰ ਕੀ ਕਰਾਂਗੇ। ਇੱਕ ਲੋਕਾਂ ਨੂੰ ਸੁਣਿਆ ਦਿੱਤਾ ਜਾ ਰਿਹਾ ਕਿ ਤੁਸੀਂ ਕੇਂਦਰ ਦੇ ਖਿਲਾਫ ਨਹੀਂ ਬੋਲਣਾ, ਤੁਸੀਂ ਅੰਦੋਲਨਾਂ ਵਿੱਚ ਹਿੱਸਾ ਨਹੀਂ ਲੈਣਾ, ਕੋਈ ਵੀ ਪੰਜਾਬ ਦੀ ਧਰਤੀ ਤੋਂ ਕਿਸੇ ਤਰ੍ਹਾਂ ਦੀ ਬਗਾਵਤ ਦੀ ਸੁਰ ਨਹੀਂ ਉੱਠਣੀ ਚਾਹੀਦੀ। ਤੁਸੀਂ ਇੱਥੇ ਇੰਡੀਪੈਂਡੈਂਸ ਨੂੰ ਕਿਵੇਂ ਦੇਖਦੇ ਹੋ ਕਿ ਕੀ ਸਾਡੇ ਕੋਲ ਇੰਨੀ ਫਰੀडम ਹੈਗੀ ਆ ਕਿ ਆਪਾਂ ਬੋਲ ਸਕਦੇ ਹਾਂ? ਉਸ ਤੋਂ ਬਾਅਦ ਜਿਸ ਤਰੀਕੇ ਨਾਲ UN ਨੇ ਵੀ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਵੀ ਇਹ ਕਿਹਾ ਕਿ ਇੰਡੀਆ ਇਜ਼ ਅ ਪਾਰਸ਼ਲੀ ਇੰਡੀਪੈਂਡੈਂਟ ਕੰਟਰੀ ਨਾਓ। ਐਬਸੋਲੂਟਲੀ ਆਈ ਫੁੱਲੀ ਅਗਰੀ ਵਿਦ ਦੈਟ ਰਿਪੋਰਟ। ਬਲਕਿ ਮੈਂ ਕਹੂੰਗਾ ਕਿ ਉਹ ਜੇ ਚੰਗੀ ਤਰ੍ਹਾਂ ਘੋਖ ਕਰਨਗੇ, ਬਰੀਕੀ 'ਚ ਜਾਣਗੇ, ਇੱਥੇ ਹੁਣ ਫਰੀडम ਥੋੜਾ ਹਿੱਸਾ ਰਹਿ ਗਈ ਆ। ਜੇ 4 ਹਿੱਸਿਆਂ ਵਿੱਚ ਵੰਡੀ ਹੈ ਤਾਂ 3 ਹਿੱਸੇ ਸਾਡੀ ਫਰੀडम ਲੈ ਚੁੱਕੇ ਨੇ ਉਹ। ਜਿੱਦਾਂ ਪਰਚੇ ਦਰਜ ਕੀਤੇ, ਜਿੱਦਾਂ ਚੱਕ ਕੇ ਬੰਦਿਆਂ ਨੂੰ ਅੰਦਰ ਦਿੱਤਾ, ਜਿੱਦਾਂ ਪੁਲਿਸ ਵਾਲੇ ਪੈਰ ਰੱਖ ਰਹੇ ਨੇ ਰਣਜੀਤ ਸਿੰਘ ਦੇ ਸਿਰ ਤੇ, ਨੌਦੀਪ ਕੌਰ ਦੇ ਪ੍ਰਾਈਵੇਟ ਪਾਰਟਸ ਨੂੰ ਡੈਮੇਜ ਕਰਦੇ ਨੇ, ਅਟੈਕ ਕਰਦੇ ਨੇ, ਚੱਕ ਕੇ ਜੇਲ੍ਹਾਂ ਵਿੱਚ ਸੁੱਟ ਰਹੇ ਨੇ, ਰੇਡ ਮਾਰ ਰਹੇ ਨੇ। ਦਿਸ ਇਜ਼ ਨਾਟ ਆਈ ਵਿਲ ਓਨਲੀ ਕਾਲ ਇਟ ਅਨਡਿਕਲੇਅਰਡ ਐਮਰਜੈਂਸੀ ਇਨ ਇੰਡੀਆ ਬਿਕੋਜ਼ ਕਾਂਗਰਸ ਨੇ ਅਗਰ ਐਮਰਜੈਂਸੀ ਲਾਈ ਸੀ ਉਹ ਐਲਾਨ ਕਰਕੇ ਲਾਈ ਸੀ 75 'ਚ। ਇਹਨਾਂ ਨੇ ਅਨਐਲਾਨੀ ਐਮਰਜੈਂਸੀ ਇਸ ਨੂੰ ਮੈਂ ਕਰਾਰ ਦੇ ਸਕਦਾ ਜੀ। ਤੇ ਮੇਰਾ ਆਖਰੀ ਸਵਾਲ ਹੈਗਾ ਆ ਕਿ ਜਿਸ ਤਰੀਕੇ ਨਾਲ ਇੱਕ ਰੇਡ ਤੋਂ ਬਾਅਦ ਮੈਂਟਲ ਡਿਸਟਰਬੈਂਸ ਹੁੰਦੀ ਆ, ਤੁਸੀਂ ਫਿਰ ਇੱਕ ਲੀਡਰ ਹੋ, ਤੁਹਾਡੇ ਵਾਸਤੇ ਸ਼ਾਇਦ ਕੋਈ ਥੋੜੀ ਬਹੁਤ ਲਿਬਰਟੀ ਹੋਏਗੀ, ਲੇਕਿਨ ਜਿਹੜੀ ਆਮ ਜਨਤਾ ਦੇ ਘਰ ਵੀ ਇਸ ਵਕਤ ਰੇਡਸ ਬਹੁਤ ਪੈ ਰਹੀਆਂ ਨੇ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਨਹੀਂ, ਲੀਡਰ ਵੀ ਤਾਂ ਇੱਕ ਇਨਸਾਨ ਹੈ ਨਾ ਜੀ। ਆਫਟਰ ਆਲ ਆਈ ਐਮ ਆਲਸੋ ਹਿਊਮਨ ਬੀਇੰਗ। ਕੋਈ ਮੈਂ ਆਈ ਐਮ ਨਾਟ ਮੇਡ ਆਊਟ ਆਫ ਐਨੀ ਆਇਰਨ ਸਟਫ। ਪਰ ਹਾਂ ਇਹ ਜ਼ਰੂਰ ਹੈਗਾ ਕਿਉਂਕਿ ਅਸੀਂ ਇਹ ਸਭ ਕੁਝ ਹੰਢਾ ਚੁੱਕੇ ਹਾਂ। Ever since my father's time, he had been detained various time under National Security Act. 19 ਮਹੀਨੇ ਐਮਰਜੈਂਸੀ ਦੀ ਜੇਲ੍ਹ ਕੱਟੀ, ਫਿਰ ਮੇਰੇ ਤੇ 6 ਮੁਕੱਦਮੇ ਦਰਜ ਹੋਏ, ਫਿਰ ਮੇਰੇ ਤੇ ਖਿਲਾਫ ਇੱਦਾਂ ਦੇ ਕਿੰਨੇ ਇਲਜ਼ਾਮਬਾਜ਼ੀਆਂ ਲਾਉਂਦੇ ਰਹੇ। ਜਿੱਦਾਂ ਕਹਿੰਦੇ ਕਿ ਥੋੜਾ ਜਿਹਾ ਆਦਮੀ ਹਾਰਡਨ ਹੋ ਜਾਂਦਾ। ਇੰਪੈਕਟ ਤਾਂ ਹਰ ਇੱਕ ਤੇ ਪੈਂਦਾ ਜੀ, ਮੈਂਟਲ ਟੌਰਚਰ ਤਾਂ ਹਰ ਇੱਕ ਦਾ ਹੁੰਦਾ ਵਾ। ਪਰ ਮੈਂ ਸਮਝਦਾ ਵਾਂ ਕਿ ਮੇਰੇ ਨਾਲ ਇਸ ਤਰ੍ਹਾਂ ਕਰਕੇ ਉਹ ਦੂਜੇ ਪੰਜਾਬ ਦੇ ਲੋਕਾਂ ਨੂੰ ਸੁਣਿਆ ਦਿੰਦੇ ਨੇ ਕਿ ਅਗਰ ਅਸੀਂ ਇੱਕ ਤੁਹਾਡੇ ਆਹ ਬੰਦੇ ਦਾ ਇੱਦਾਂ ਹਸ਼ਰ ਕਰ ਸਕਦੇ, ਤੁਹਾਡਾ ਇਹ ਤੋਂ ਵੀ ਭੈੜਾ ਕਰ ਸਕਦੇ ਹਾਂ। ਦੈਟਸ ਇਟ ਜੀ। ਇਹ ਸੀਗੇ ਸੁਖਪਾਲ ਖਹਿਰਾ ਜੀ, ਜਿਨ੍ਹਾਂ ਦੇ ਘਰ ਕੱਲ ਈਡੀ ਦੀ ਰੇਡ ਚੱਲੀ। 10 ਤੋਂ 11 ਘੰਟੇ ਦੀ ਬਹੁਤ ਸਾਰਾ ਸਮਾਨ ਇਹਨਾਂ ਦੇ ਘਰੋਂ ਲੈ ਕੇ ਵੀ ਜਾਇਆ ਗਿਆ। ਬਹੁਤ ਸਾਰੇ ਡਾਕੂਮੈਂਟਸ ਘਰੋਂ ਲੈ ਕੇ ਜਾਏ ਗਏ ਨੇ, ਇਹਨਾਂ ਦੀ ਡਾਇਰੀਜ਼ ਵੀ ਲੈ ਕੇ ਜਾਈਆਂ ਗਈਆਂ ਨੇ ਜਿਹਦੇ ਵਿੱਚ ਘਰ ਦੇ ਕੁਝ ਡਿਟੇਲ ਸੀਗੀਆਂ। ਹੁਣ ਦੇਖਣਾ ਇਹ ਆ ਕਿ ਉਹਨਾਂ ਦੀ ਉੱਥੋਂ ਰਿਪੋਰਟ ਕੀ ਆਉਂਦੀ ਹੈ। ਕੈਮਰਾਮੈਨ ਸੁਨੀਲ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।